ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਦੇ ਉੱਤੇ। ਤੇ ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ 6232 2017 ਦੀ ਸਿਵਲ ਰਿਟ ਪਟੀਸ਼ਨ ਜਿਹੜੀ ਹੈ ਉਸ ਦਾ ਫੈਸਲਾ ਹੋ ਚੁੱਕਿਆ ਸੀ ਤੇ ਇਸ ਦੇ ਬਾਰੇ ਡਿਟੇਲ ਆਪਾਂ ਤਾਂ ਹੀ ਦੱਸ ਸਕਦੇ ਸੀ ਜਦੋਂ ਤੱਕ ਇਹ ਆਰਡਰ ਅਪਲੋਡ ਨਾ ਹੁੰਦੇ। ਤੇ ਇਹ ਆਰਡਰ ਜਿਹੜੇ ਆ ਬੁੱਧਵਾਰ ਨੂੰ ਅਪਲੋਡ ਕਰ ਦਿੱਤੇ ਗਏ ਸਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਵੈਬਸਾਈਟ ਦੇ ਉੱਤੇ। ਤੇ ਮੈਂ ਇੰਤਜ਼ਾਰ ਕਰ ਰਿਹਾ ਸੀਗਾ ਕਿ ਪਹਿਲਾਂ ਮੈਂ ਇਸ ਆਰਡਰਸ ਨੂੰ ਚੰਗੀ ਤਰ੍ਹਾਂ ਸਟੱਡੀ ਕਰ ਲਾਂ, ਉਸ ਤੋਂ ਬਾਅਦ ਹੀ ਮੈਂ ਕੋਈ ਕਮੈਂਟ ਕਰਾਂ, ਕਿਉਂਕਿ ਅਗਰ ਤੁਸੀਂ ਆਰਡਰ ਦੀ ਕਾਪੀ ਡਾਊਨਲੋਡ ਕੀਤੀ ਹੋਏਗੀ, ਆਪਾਂ ਆਮ ਤੌਰ ਤੇ ਕੀ ਕਰਦੇ ਹਾਂ, ਆਪਾਂ ਡਾਇਰੈਕਟਲੀ ਜਿਹੜਾ ਹੈ ਫੈਸਲਾ ਹੀ ਪੜ੍ਹਦੇ ਹਾਂ। ਵੈਸੇ ਆਪਾਂ ਨੂੰ ਜਿਹੜਾ ਹੈਗਾ ਮੇਨ ਪਰਪਸ ਆਪਣਾ ਫੈਸਲਾ ਪੜ੍ਹਨ ਦੇ ਉੱਤੇ ਹੁੰਦਾ, ਬਟ ਆਪਾਂ ਇੱਕ ਵਾਰੀ ਜਿਹੜਾ ਉਸ ਦੇ ਵਿੱਚ ਡਿਸਕਸ਼ਨ ਕੀਤੀ ਗਈ ਹੁੰਦੀ ਹੈ, ਉਸ ਦੇ ਵਿੱਚੋਂ ਵੀ ਕਾਫੀ ਚੀਜ਼ਾਂ ਜਿਹੜੀਆਂ ਨੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਉਸ ਕੋਰਟ ਦੇ ਫੈਸਲੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਆਪਾਂ ਨਾਰਮਲੀ ਧਿਆਨ ਨਹੀਂ ਕਰਦੇ, ਬਟ ਉਹ ਵੀ ਚੀਜ਼ਾਂ ਸਾਡੇ ਗਿਆਨ 'ਚ ਵਾਧਾ ਕਰਦੀਆਂ ਨੇ, ਸਾਡੀ ਨੌਲੇਜ ਨੂੰ ਵਧਾਉਂਦੀਆਂ ਹੈਗੀਆਂ ਨੇ। ਸੋ ਇਸੇ ਤਰੀਕੇ ਦੇ ਨਾਲ ਕੁਝ ਜਿਹੜਾ ਹੈ ਇਸ ਕੋਰਟ ਦੇ ਫੈਸਲੇ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ। ਇਸ ਦੇ ਵਿੱਚ ਵੀ ਕਾਫੀ ਸਾਰੀਆਂ ਗੱਲਾਂ ਜਿਹੜੀਆਂ ਦੱਸੀਆਂ ਗਈਆਂ। ਇਸ ਦੇ ਵਿੱਚ ਮੌਲਿਕ ਅਧਿਕਾਰਾਂ ਬਾਰੇ ਗੱਲ ਕੀਤੀ ਗਈ ਜੋ ਸੰਵਿਧਾਨਿਕ ਤੌਰ ਤੇ ਇੱਕ ਇੰਪਲੋਈ ਨੂੰ ਮਿਲੇ ਹਨ, ਇੱਕ ਜਿਹੜਾ ਹੈ ਭਾਰਤ ਦਾ ਨਾਗਰਿਕ ਉਸ ਨੂੰ ਮਿਲੇ ਹਨ। ਮੌਲਿਕ ਅਧਿਕਾਰਾਂ ਦਾ ਜਿਹੜਾ ਹੈ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਇਸ ਕੋਰਟ ਦੇ ਫੈਸਲੇ ਵਿੱਚ ਦੱਸਿਆ ਗਿਆ ਹੈ ਕਿ ਮੌਲਿਕ ਅਧਿਕਾਰ ਜਿਹੜੇ ਹਨ ਉਹਨਾਂ ਦਾ ਕਿਸੇ ਵੀ ਤਰੀਕੇ ਦੇ ਨਾਲ ਖੰਡਨ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਤੋੜਿਆ ਨਹੀਂ ਜਾ ਸਕਦਾ ਹੈਗਾ। ਅਗਰ ਕਿਸੇ ਇੰਪਲੋਈ ਨੂੰ ਘੱਟ ਸੈਲਰੀ ਦਿੱਤੀ ਜਾ ਰਹੀ ਹੈ, ਉਹ ਵੀ ਇੱਕ ਮੌਲਿਕ ਅਧਿਕਾਰਾਂ ਦਾ ਜਿਹੜਾ ਹੈ ਉਲੰਘਣਾ ਹੁੰਦੀ ਹੈਗੀ ਹੈ ਸੰਵਿਧਾਨ ਦੀ। ਅਗਰ ਅਸੀਂ ਗੱਲ ਕਰਦੇ ਸੰਵਿਧਾਨ ਦੇ ਤੌਰ ਤੇ, ਸੰਵਿਧਾਨ ਵੱਲੋਂ ਜਿਹੜਾ ਇੱਕ ਇੰਪਲੋਈ ਨੂੰ ਜਿਹੜਾ ਹੈ ਰਾਈਟ ਮਿਲਿਆ ਹੈ ਪ੍ਰੋਪਰ ਜਿਹੜਾ ਹੈ ਸੇਮ ਸੈਲਰੀ ਪ੍ਰਾਪਤ ਕਰਨ ਦਾ ਬਾਕੀਆਂ ਦੇ ਬਰਾਬਰ, ਜਿਹੜੀ ਕਿ ਦੂਸਰੇ ਕਿਸੇ ਇੰਪਲੋਈ ਨੂੰ ਦਿੱਤੀ ਜਾ ਰਹੀ ਹੈ। ਸੋ ਆਓ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ, ਅਗਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤੇ ਅੱਜ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸਬਸਕ੍ਰਾਈਬ ਕਰਨਾ ਬਹੁਤ ਹੀ ਸੌਖਾ ਹੈ, ਸਿਰਫ ਤੁਸੀਂ ਕਰਨਾ ਕੀ ਹੈ, ਵੀਡੀਓ ਦੇ ਨੀਚੇ ਦਿੱਤੇ ਗਏ ਲਾਲ ਰੰਗ ਦੇ ਬਟਨ ਨੂੰ ਪ੍ਰੈਸ ਕਰਨਾ ਹੈ ਤੇ ਘੰਟੀ ਦੇ ਆਈਕਨ ਨੂੰ ਕਲਿੱਕ ਕਰ ਦੇਣਾ ਹੈ। ਸੋ ਸ਼ੁਰੂ ਕਰਦੇ ਹਾਂ ਇਹ ਵੀਡੀਓ। ਸੋ 6232 ਜਿਹੜਾ 2017 ਦੀ ਸਿਵਲ ਰਿਟ ਪਟੀਸ਼ਨ ਜਿਹੜੀ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਲੱਗੀ ਸੀ, ਇਸ ਦੇ ਵਿੱਚ ਆਪਣੇ ਕਾਫੀ ਸਾਰੇ ਸਾਥੀਆਂ ਨੇ 15/1/15 ਦੀ ਜਿਹੜੀ ਗਜ਼ਟਡ ਨੋਟੀਫਿਕੇਸ਼ਨ ਹੈ ਉਸ ਨੂੰ ਚੈਲੰਜ ਕੀਤਾ ਸੀਗਾ ਕਿ ਜਿੰਨੇ ਵੀ ਇੰਪਲੋਈ ਵਰਕ ਕਰਦੇ ਪਏ ਨੇ, ਜਿੰਨੇ ਇੰਪਲੋਈ ਜਿਹੜੇ ਨੇ ਇਨੀਸ਼ੀਅਲੀ ਜੁਆਇਨ ਕਰਦੇ ਨੇ, ਜੌਬ ਦੇ ਉੱਤੇ ਜੁਆਇਨ ਕਰਦੇ ਨੇ, ਰਿਕਰੂਟਮੈਂਟ ਜਿਨ੍ਹਾਂ ਦੀ ਹੁੰਦੀ ਹੈ, ਉਸ ਰਿਕਰੂਟਮੈਂਟ ਹੋਣ ਦੇ ਬਾਅਦ 2 ਸਾਲ ਜਾਂ ਪਹਿਲਾਂ ਜਿਹੜਾ ਹੁੰਦਾ ਸੀ 2 ਸਾਲ, ਫਿਰ ਉਸ ਤੋਂ ਬਾਅਦ 3 ਸਾਲ ਜਿਹੜਾ ਉਸ ਪ੍ਰੋਬੇਸ਼ਨ ਪੀਰੀਅਡ ਵਧਾ ਦਿੱਤਾ ਗਿਆ। 3 ਸਾਲ ਤੱਕ ਉਸ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਉਹਨਾਂ ਨੂੰ ਬਿਨਾਂ ਕਿਸੇ ਗ੍ਰੇਡ ਪੇ ਦੇ, ਬਿਨਾਂ ਕਿਸੇ HRA ਦੇ ਜਾਂ DA ਵਗੈਰਾ ਦੇ ਉਹਨਾਂ ਨੂੰ ਜਿਹੜੀ ਬੇਸਿਕ ਪੇ ਹੈ ਉਹੀ ਪੇ ਕੀਤੀ ਜਾਵੇਗੀ। ਸੋ ਇਸ ਖਿਲਾਫ ਜਿਹੜੇ ਆਪਣੇ ਇੰਪਲੋਈਜ਼ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ, ਉਸ ਅਪੀਲ ਦਾ ਜਿਹੜਾ ਫੈਸਲਾ ਹੈ ਉਹ ਆ ਗਿਆ ਔਰ ਇਸ ਦੇ ਵਿੱਚ ਹਾਈ ਕੋਰਟ ਨੇ ਰਿਲੀਫ ਦਿੰਦੇ ਹੋਏ ਇੰਪਲੋਈਜ਼ ਨੂੰ ਕਿਹਾ ਹੈ ਕਿ ਜਿਹੜਾ ਇੰਪਲੋਈ ਹੈ ਜਿਹੜਾ ਕਿ ਜੌਬ ਦੇ ਵਿੱਚ ਆਉਂਦਾ ਹੈ ਉਸ ਨੂੰ ਜਿਹੜੀ ਹੈ ਫੁੱਲ ਪੇ ਜਿਹੜੀ ਹੈ ਉਹ ਦਿੱਤੀ ਜਾਣੀ ਬਣਦੀ ਹੈਗੀ। ਸੋ ਇੱਕ ਵਾਰੀ ਆਪਾਂ ਇਸ ਫੈਸਲੇ ਨੂੰ ਵੀ ਦੇਖਦੇ ਹਾਂ ਆਪਾਂ। ਸੋ ਸਭ ਤੋਂ ਪਹਿਲਾਂ ਤਾਂ ਇਸ ਫੈਸਲੇ ਦੇ ਵਿੱਚ ਉੱਤੇ ਪਟੀਸ਼ਨਰ ਦੀ ਡਿਟੇਲਸ ਦਿੱਤੀਆਂ ਗਈਆਂ ਨੇ ਔਰ ਵੱਖ-ਵੱਖ ਜਿਹੜੀਆਂ ਫੈਸਲੇ ਹੋਏ ਸੀ, ਸਿਵਲ ਰਿਟ ਪਟੀਸ਼ਨਾਂ ਪਈਆਂ ਸੀ, ਅਲੱਗ-ਅਲੱਗ ਪਟੀਸ਼ਨਾਂ ਪਈਆਂ ਨੇ, ਉਹਨਾਂ ਦੇ ਨੰਬਰ ਨੇ, ਉਹਨਾਂ ਦੀ ਡਿਟੇਲਸ ਹੈਗੀਆਂ ਨੇ। ਇਹ ਸਾਰੇ ਸਿਮਿਲਰ ਕੇਸਿਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਇੱਕ ਹੀ ਗੱਲ ਕੀਤੀ ਗਈ ਹੈ, ਜਿਹੜੀ ਚੈਲੰਜ ਕੀਤਾ ਗਿਆ ਸੀਗਾ। ਇਹ ਤੁਸੀਂ ਦੇਖ ਸਕਦੇ ਹੋ ਸਾਰੇ ਦੇ ਸਾਰੇ ਆਲਮੋਸਟ ਅਪਰੋਕਸੀਮੇਟਲੀ ਸੇਮ ਹੋਣ ਕਰਕੇ ਸਾਰਿਆਂ ਨੂੰ ਕਲੱਬ ਕਰ ਦਿੱਤਾ ਜਾਂਦਾ ਕੇਸਿਸ ਨੂੰ, ਤੇ ਇਹ ਉਹ ਕੇਸਿਸ ਹੈਗੇ ਨੇ। ਸੋ ਇਹ ਇਸ ਤੋਂ ਬਾਅਦ ਆਪਾਂ ਜਾਣਦੇ ਹਾਂ ਡਾਇਰੈਕਟਲੀ ਆਪਾਂ ਨੀਚੇ ਚੱਲਦੇ ਹੈਗੇ ਆ ਜਿਸ ਦੇ ਵਿੱਚ ਇਹ ਗੱਲ ਕੀਤੀ ਗਈ ਹੈ, ਫੈਸਲੇ ਬਾਰੇ ਗੱਲ ਕੀਤੀਆਂ ਗਈਆਂ ਨੇ। ਆਪਾਂ ਜਾਣਦੇ ਹਾਂ, ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਤੁਸੀਂ ਦੇਖੋਗੇ ਕਾਫੀ ਸਾਰੇ ਜਿਹੜੇ ਕੇਸ ਹੋਏ ਨੇ ਪਏ ਨੇ, ਇਸ ਦੇ ਰਿਲੇਟਡ ਕਾਫੀ ਸਾਰੇ ਕੇਸਿਸ ਚੱਲਦੇ ਨੇ ਔਰ ਕਾਫੀ ਲੰਬੀ ਲਿਸਟ ਹੈ ਇਹ ਔਰ ਉਸ ਨੂੰ ਆਪਾਂ ਚੱਲਦੇ ਰਹਿੰਦੇ ਹਾਂ ਨੀਚੇ। ਸੋ ਹੁਣ ਇਸ ਅਗਰ ਇਹਦੀ ਗੱਲ ਕਰੀਏ, ਫੈਸਲਾ ਜਿਹੜਾ ਰਿਜ਼ਰਵ ਕਰ ਲਿਆ ਗਿਆ ਸੀ 2/2/2023 ਨੂੰ ਤੇ ਡੇਟ ਜਿਹੜੀ ਡਿਸੀਜਨ ਦੀ ਆਈ ਹੈ 16/2/2023 ਨੂੰ। ਸੋ ਇਹ ਫੈਸਲੇ ਦੀ ਰਿਜ਼ਰਵ ਹੋ ਗਈ ਸੀ ਕਿਉਂਕਿ ਫੈਸਲਾ ਹੋ ਚੁੱਕਾ ਸੀ, ਅਪੀਲ ਹੋ ਚੁੱਕੀ ਸੀ, ਸਾਰਾ ਕੁਝ ਹੋ ਗਿਆ ਸੀ। ਉਸ ਤੋਂ ਬਾਅਦ 2/2/2023 ਨੂੰ ਇਹ ਫੈਸਲਾ ਰਿਜ਼ਰਵ ਕਰ ਲਿਆ ਸੀ, ਜਿਹੜਾ ਕਿ ਡਿਸੀਜਨ ਹੁੰਦਾ ਉਸ ਨੂੰ ਰਿਜ਼ਰਵ ਕਰ ਲਿਆ ਸੀਗਾ ਔਰ ਉਸ ਦੇ ਬਾਅਦ ਜਿਹੜਾ ਇਸ ਦਾ ਫੈਸਲਾ ਹੋਇਆ ਉਹ 16/2/2023 ਨੂੰ ਅਨਾਊਂਸ ਹੋ ਚੁੱਕਾ ਸੀ, ਜਿਸ ਦੇ ਵਿੱਚ ਦੱਸ ਦਿੱਤਾ ਗਿਆ ਸੀਗਾ ਜਿਹੜਾ ਬੈਨੀਫਿਟ ਹੈ ਜਿਹੜਾ ਇੰਪਲੋਈਜ਼ ਨੂੰ ਦਿੱਤਾ ਗਿਆ ਉਸ ਬਾਰੇ ਇਹ ਗੱਲ ਹੋਈ ਸੀ। ਇਹ ਫੈਸਲਾ ਆਪਾਂ ਦੇਖੀਏ ਤੇ ਪ੍ਰੈਜ਼ੈਂਟ ਕੀਤਾ ਗਿਆ ਫੋਰ ਦਾ ਪਟੀਸ਼ਨਰ। ਇਹ ਉੱਥੇ ਹੁਣ ਪਟੀਸ਼ਨਰ ਦੀ ਗੱਲ ਆਉਂਦੀ, ਆਪਾਂ ਇਸ ਨੂੰ ਸਕਿਪ ਕਰ ਲੈਂਦੇ, ਇਸ ਚੀਜ਼ ਨੂੰ ਵੀ ਆਪਾਂ ਸਕਿਪ ਕਰ ਲੈਂਦੇ ਕਿਉਂਕਿ ਇੱਥੇ ਕਾਫੀ ਸਾਰੇ ਨਾਮ ਹੈ ਔਰ ਇੱਥੇ ਪਟੀਸ਼ਨਸ ਦੀ ਗੱਲ ਕੀਤੀ ਗਈ ਹੈ। ਇਸ ਚੀਜ਼ ਨੂੰ ਆਪਾਂ ਅੱਗੇ ਕਰ ਦੇਵਾਂਗੇ। ਸਭ ਤੋਂ ਪਹਿਲਾਂ ਤਾਂ ਇਸ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਉਹ ਬੈਕਗਰਾਊਂਡ ਦੇ ਉੱਤੇ ਗੱਲ ਕੀਤੀ ਗਈ ਹੈ। ਅਗਰ ਆਪਾਂ ਬੈਕਗਰਾਊਂਡ ਦੀ ਗੱਲ ਕਰੀਏ, ਸਾਰਿਆਂ ਨੂੰ ਹੀ ਪਤਾ ਹੈ, ਆਪਣੇ ਜਿੰਨੇ ਵੀ ਇੰਪਲੋਈਜ਼ ਸਾਰਿਆਂ ਨੂੰ ਪਤਾ ਹੈ ਬੈਕਗਰਾਊਂਡ ਇਸ ਦੀ ਕੀ ਹੈ ਕਿ 15/1/2015 ਨੂੰ ਜਿਹੜਾ ਪੰਜਾਬ ਸਿਵਲ ਸਰਵਿਸਿਜ਼ ਦੇ ਰੂਲਸ ਵਿੱਚ ਚੇਂਜ ਕੀਤਾ ਗਿਆ ਸੀਗਾ। ਜਿਹੜਾ ਉਸ ਦੇ ਵਿੱਚ ਚੇਂਜ ਕੀਤਾ ਗਿਆ ਸੀ ਉਹ ਕੀਤਾ ਗਿਆ ਸੀ ਕਿ 2.20A ਵਿੱਚ ਚੇਂਜ ਕੀਤਾ ਗਿਆ ਕਿ ਫਿਕਸ ਮੰਥਲੀ
emolument ਜਿਹੜੀਆਂ ਨੇ means the emolument drawn by a government employee, but the said emolument shall not be include any grade pay, annual increment or any other allowance except the travelling allowance as per entitlement of the post held by such employee. So ਇਹ ਰੂਲ ਜਿਹੜਾ ਇੰਪਲੀਮੈਂਟ ਕਰ ਦਿੱਤਾ ਗਿਆ ਸੀ 15 ਤੋਂ ਜਿੰਨੇ ਵੀ ਆਪਣੇ ਇੰਪਲੋਈਜ਼ ਹੈਗੇ ਗਵਰਨਮੈਂਟ ਇੰਪਲੋਈਜ਼ ਉਹਨਾਂ ਦੇ ਉੱਤੇ ਇਹ ਰੂਲ ਇੰਪਲੀਮੈਂਟ ਕਰ ਦਿੱਤਾ ਗਿਆ ਸੀ। ਇਸ ਦੇ ਬਾਰੇ ਸਭ ਤੋਂ ਪਹਿਲਾਂ ਇਸ ਦੇ ਵਿੱਚ ਬੈਕਗਰਾਊਂਡ ਬਾਰੇ ਜਿੱਦਾਂ ਕਿ ਹੁੰਦਾ ਇੱਕ ਫੈਸਲਾ ਹੁੰਦਾ ਹੈ ਉਸ ਦੀ ਬੈਕਗਰਾਊਂਡ ਦੱਸੀ ਜਾਂਦੀ, ਉਹ ਸਾਰੀ ਦੀ ਸਾਰੀ ਇੱਥੇ ਡਿਸਕਸ਼ਨ ਕੀਤੀ ਗਈ ਹੈ, ਸਾਰਾ ਦੱਸਿਆ ਗਿਆ ਹੈ। ਇਸ ਦੇ ਵਿੱਚ ਉਸ ਸਾਰੀਆਂ ਚੀਜ਼ਾਂ ਬਾਰੇ ਗੱਲ ਕੀਤੀ ਗਈ ਹੈਗੀ ਹੈ ਤੇ ਇਸ ਵਿੱਚ ਦੱਸਿਆ ਵੀ ਗਿਆ ਹੈ ਕਿ ਇੱਕ ਜਿਹੜਾ ਹੈ ਇਸ ਵਿੱਚ ਜੁਡੀਸ਼ੀਅਲ ਦੇ ਜਿਹੜੇ ਹੈ ਬ੍ਰਾਂਚ ਉਸ ਨੂੰ ਛੱਡਦੇ ਹੋਏ ਬਾਕੀ ਜਿੰਨੇ ਵੀ ਇੰਪਲੋਈਜ਼ ਹੈ ਸਭ ਨੂੰ ਜਿਹੜਾ ਫਿਕਸ ਮੰਥਲੀ ਇਮੋਲਮੈਂਟ ਜਿਹੜੀ ਹੈ ਪੇ ਕੀਤੀ ਜਾਏਗੀ। ਸੋ ਇਸ ਦੇ ਵਿੱਚ ਕੋਈ ਵੀ ਜਿਹੜਾ ਹੈ ਇੰਕਰੀਮੈਂਟ ਵਗੈਰਾ ਉਹ ਨਹੀਂ ਇੰਕਲੂਡ ਕੀਤਾ ਜਾਏਗਾ ਅਦਰ ਦੈਨ ਟਰੈਵਲਿੰਗ ਅਲਾਊਂਸ। ਬਾਕੀ ਸਾਰਾ ਕੁਝ ਜਿਹੜਾ ਹੈ ਉਸ ਨੂੰ ਜਿਹੜਾ ਕਾਊਂਟ ਨਹੀਂ ਕੀਤਾ ਜਾਣਾ ਸੀਗਾ, ਨਾ ਹੀ ਉਹ ਪ੍ਰੋਬੇਸ਼ਨ ਦੇ ਦੌਰਾਨ ਜਿਹੜਾ ਟਾਈਮ ਪੀਰੀਅਡ ਕਾਊਂਟ ਕੀਤਾ ਗਿਆ। ਜਿਵੇਂ ਦੇਖੋਗੇ ਨਾ ਇਸ ਵਿੱਚ ਕਿਹਾ ਗਿਆ ਸੀ ਆਲਸੋ ਦ ਪੀਰੀਅਡ ਸਪੈਂਟ ਔਨ ਦ ਪ੍ਰੋਬੇਸ਼ਨ ਵੁੱਡ ਨਾਟ ਬੀ ਟ੍ਰੀਟਡ ਐਜ਼ ਸਪੈਂਟ ਔਨ ਸੱਚ ਪੋਸਟ ਈਵਨ ਇਫ ਸਰਵਿਸਿਜ਼ ਆਫ ਦ ਗਵਰਨਮੈਂਟ ਇੰਪਲੋਈ ਆਰ regularized on satisfactory completion of probation। यानी कि अगर सर्विस probation के बाद रेगुलर भी हो जाती है तो भी वो पीरियड जो है काउंट नहीं किया जाएगा, सर्विस पीरियड नहीं काउंट किया जाएगा। ये सारा कुछ इस जो है नोटिफिकेशन के किया गया सी। उस तो बाद जो है इस केस के गल की गई है ਜਿਹੜਾ ਇੱਕ ਕੇਸ ਹੋਇਆ ਸੀਗਾ ਗੁਰਵਿੰਦਰ ਸਿੰਘ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਦਾ। ਇਸ ਵਿੱਚ ਡਾਕਟਰ ਗੁਰਵਿੰਦਰ ਸਿੰਘ ਜਿਹੜੇ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਡਿਵੀਜ਼ਨ ਬੈਂਚ ਜਿਹੜਾ ਸੀਗਾ ਉਹਨਾਂ ਨੇ ਡਿਸੀਜਨ ਦਿੱਤਾ ਸੀਗਾ ਕਿ ਇਸੇ ਤਰੀਕੇ ਦਾ ਇੱਕ ਕੇਸ ਹੋਇਆ ਸੀ ਰਾਜਸਥਾਨ ਦਾ ਜਿਹੜਾ ਕਿ ਕੁਮਾਵਤ ਵਰਸਸ ਸਟੇਟ ਆਫ ਰਾਜਸਥਾਨ ਸੀ, ਜਿਸ ਦੇ ਵਿੱਚ ਵੀ ਸੇਮ ਸਿਮਿਲਰ ਜਿਹੀਆਂ ਕੰਡੀਸ਼ਨ ਸੀਗੀਆਂ ਜਿਹੜੀਆਂ ਕਿ ਇੰਪਲੋਈ ਦੇ ਉੱਤੇ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਉਹਨਾਂ ਨੂੰ ਫਿਕਸਡ ਮੰਥਲੀ ਜਿਹੜੀ ਹੈ ਕੁਝ ਸਾਲਾਂ ਦਾ ਪੇ ਕੀਤਾ ਜਾਏਗਾ, ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਫੁੱਲ ਪੇ ਕੀਤੀ ਜਾਵੇਗੀ। ਸੋ ਇਸ ਤਰ੍ਹਾਂ ਦੀ ਜਿਹੜੀ ਕੰਡੀਸ਼ਨ ਹੈ ਉਹ 2006 ਦੇ ਵਿੱਚ ਰਾਜਸਥਾਨ ਵੱਲੋਂ ਇੰਪਲੀਮੈਂਟ ਕੀਤੀ ਸੀ, ਜਿਸ ਨੂੰ ਹਰਿਆਣਾ ਜਿਹੜੀ ਰਾਜਸਥਾਨ ਦੀ ਹਾਈ ਕੋਰਟ ਹੈ ਉਹਨਾਂ ਨੇ ਖਤਮ ਕਰ ਦਿੱਤਾ ਸੀ, ਉਸ ਨੂੰ ਕੁਐਸ਼ ਕਰ ਦਿੱਤਾ ਸੀ, ਉਸ ਨੋਟੀਫਿਕੇਸ਼ਨ ਨੂੰ ਕੈਂਸਲ ਕਰ ਦਿੱਤਾ ਸੀ। ਔਰ ਇੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਲੀਅਰ ਕਰ ਦਿੱਤਾ ਸੀ ਕਿ ਇੱਦਾਂ ਦੀ ਕੋਈ ਵੀ ਕੰਡੀਸ਼ਨ ਜਿਹੜੀ ਹੈ ਇੰਪਲੋਈ ਦੇ ਨਾਲ ਕਰਨੀ ਆ ਇੱਕ ਤਰ੍ਹਾਂ ਦੀ ਟਰਮ ਐਂਡ ਕੰਡੀਸ਼ਨ ਲਗਾਉਣੀ ਅਪਾਇੰਟਮੈਂਟ ਆਰਡਰ ਵਿੱਚ ਇਨਵੈਲਿਡ ਨਹੀਂ ਹੈ, ਇਨਵੈਲਿਡ ਹੈ ਤੇ ਇਸ ਨੂੰ ਜਿਹੜਾ ਹੈ ਕੈਂਸਲ ਕੀਤਾ ਜਾਵੇਗਾ। ਔਰ ਇਸ ਦੇ ਵਿੱਚ ਇੱਕ ਜਿਹੜਾ ਹੋਰ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਹੋਇਆ ਜਿਹੜਾ ਕਿ ਸੈਂਟਰਲ ਇਨਲੈਂਡ ਵਾਟਰ ਟਰਾਂਸਪੋਰਟ ਕਾਰਪੋਰੇਸ਼ਨ ਐਂਡ ਅਨਦਰ ਵਰਸਸ ਬਰੋਜੋਨਾਥ ਗਾਂਗੁਲੀ ਐਂਡ ਅਨਦਰ ਹੈਗਾ ਹੈ। ਇਸ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇੱਦਾਂ ਦੀ ਕੋਈ ਵੀ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਸਟੇਟ ਗਵਰਨਮੈਂਟ ਨਹੀਂ ਲਗਾ ਸਕਦੀ। ਸਟੇਟ ਗਵਰਨਮੈਂਟ ਇੱਕ ਮਾਡਲ ਇੰਪਲੋਇਰ ਦੇ ਤੌਰ ਤੇ ਰਿਪਰੈਜ਼ੈਂਟ ਕਰਨਾ ਹੋਣਾ ਚਾਹੀਦਾ ਹੈ, ਨਾ ਕਿ ਉਹਨਾਂ ਨੂੰ ਇਸ ਚੀਜ਼ ਦਾ ਐਡਵਾਂਟੇਜ ਲੈਣਾ ਚਾਹੀਦਾ ਇੰਪਲੋਈਜ਼ ਦਾ। ਔਰ ਇੱਥੇ ਕੋਰਟ ਨੇ ਕਿਹਾ ਹੈਗਾ ਕਿ ਜਿਹੜੇ ਪੰਜਾਬ ਗਵਰਨਮੈਂਟ ਦੇ ਇੰਪਲੋਈ ਹੈਗੇ ਉਹਨਾਂ ਕੋਲ ਕੋਈ ਹੋਰ ਚੋਇਸ ਨਹੀਂ ਹੁੰਦੀ ਐਕਸੈਪਟ ਕਿ ਇਸ ਚੀਜ਼ ਨੂੰ ਅਸੈਪਟ ਕਰਨ ਦੀ ਕਿ ਜੋ ਕਿ ਇੱਕ ਜਿਹੜਾ ਉਹਨਾਂ 'ਤੇ ਕੰਡੀਸ਼ਨ ਜਿਹੜੀ ਹੈ ਇੰਪਲੀਮੈਂਟ ਕੀਤੀ ਜਾ ਰਹੀ ਹੈ ਕਿ ਪ੍ਰੋਬੇਸ਼ਨ ਦੇ ਦੌਰਾਨ ਉਹਨਾਂ ਨੂੰ ਇੱਕ ਫਿਕਸ ਮੰਥਲੀ ਜਿਹੜੀ ਸੈਲਰੀ ਹੈ ਉਹ ਪੇ ਕੀਤੀ ਜਾਵੇਗੀ। ਔਰ ਇੱਥੇ ਗੱਲ ਵੀ ਇਹੀ ਕਹੀ ਗਈ ਹੈ ਕੋਰਟ ਦੇ ਵੱਲੋਂ ਕਿ ਜੋ ਰਾਜਸਥਾਨ ਦਾ ਕੋਈ ਕੇਸ ਹੋਇਆ ਸੀ ਉਸ ਵਿੱਚ ਜਿਹੜੀ ਹੈ ਸਟੇਟ ਗਵਰਨਮੈਂਟ ਜਿਹੜੀ ਹੈ ਉਹ ਬੈਨੀਫਿਟ ਲੈ ਰਹੀ ਹੈ ਇੰਪਲੋਈ ਦਾ, ਔਰ ਜੋ ਕਿ ਵਾਇਲੇਸ਼ਨ ਹੈਗੀ ਆ ਆਰਟੀਕਲ 14 ਦੀ ਜੋ ਕਿ ਮੌਲਿਕ ਅਧਿਕਾਰ ਹੈਗੇ ਨੇ ਇੱਕ ਇੰਪਲੋਈ ਦੇ ਜਾਂ ਇੱਕ ਪਰਸਨ ਦੇ ਮੌਲਿਕ ਅਧਿਕਾਰ ਹੈ ਉਹਨਾਂ ਦੀ ਵਾਇਲੇਸ਼ਨ ਹੁੰਦੀ ਹੈਗੀ ਹੈ ਅਗਰ ਆਪਾਂ ਇਸ ਤਰੀਕੇ ਦੇ ਨਾਲ ਕੋਈ ਵੀ ਕੰਡੀਸ਼ਨ ਇੰਪਲੋਈ ਦੇ ਉੱਤੇ ਜਿਹੜੀ ਹੈ ਪੁੱਟ ਅਪ ਕਰਦੇ ਹੈਗੇ ਆ। ਔਰ ਇੱਥੇ ਕੋਰਟ ਨੇ ਗੱਲ ਕਹੀ ਹੈਗੀ ਹੈ ਕਿ ਇਹ ਕੋਰਟ ਜਿਹੜੀ ਹੈ ਕੁਐਸ਼ ਕਰਦੀ ਹੈ ਨੋਟੀਫਿਕੇਸ਼ਨ 15/1/15 ਨੂੰ ਕਲੈਰੀਫੈਕਟਰੀ ਲੈਟਰ 15/1/15 ਦੀ ਐਜ਼ ਵੈਲ ਉਸ ਨੂੰ ਵੀ ਜਿਹੜਾ ਹੈਗਾ ਹੀ ਹੈ ਕੁਐਸ਼ ਕੀਤਾ ਜਾਂਦਾ ਹੈ, ਉਸ ਨੂੰ ਵੀ ਕੈਂਸਲ ਕੀਤਾ ਜਾਂਦਾ ਹੈਗਾ। ਔਰ ਕਿਸੇ ਵੀ ਇੰਪਲੋਈ ਦੇ ਅਗਰ ਅਪਾਇੰਟਮੈਂਟ ਲੈਟਰ ਦੇ ਵਿੱਚ ਇਹ ਜਿਹੜੇ ਆਰਡਰ ਲਿਖੇ ਜਾਂਦੇ ਨੇ ਉਹਨੂੰ ਕਿਹਾ ਜਾਂਦਾ ਹੈਗਾ ਕਿ ਉਸ ਨੂੰ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਇਹ ਜਿਹੜੀ ਕੀਤੀ ਜਾਏਗੀ 2 ਸਾਲ ਤੱਕ ਜਿਹੜੀ ਹੈ ਪੇਮੈਂਟ ਕੀਤੀ ਜਾਏਗੀ, ਫਿਕਸ ਪੇ ਕੀਤੀ ਜਾਏਗੀ, ਉਸ ਨੂੰ ਕੈਂਸਲ ਕੀਤਾ ਜਾਂਦਾ, ਉਸ ਇਨਵੈਲਿਡ ਕਰਾਰ ਦਿੱਤਾ ਜਾਂਦਾ ਹੈ ਕਿ ਅਗਰ ਉਸਦੇ ਅਪਾਇੰਟਮੈਂਟ ਆਰਡਰ 'ਚ ਵੀ ਇਹ ਚੀਜ਼ ਨੂੰ ਲਿਖਿਆ ਗਿਆ ਹੈਗਾ ਦੈਨ ਉਹ ਜਿਹੜੀ ਹੈ ਉਹ ਕੈਂਸਲ ਮੰਨਿਆ ਜਾਏਗਾ, ਉਸ ਕੰਡੀਸ਼ਨ ਨੂੰ ਕੋਈ ਵੀ ਵੈਲੀਡੇਸ਼ਨ ਨਹੀਂ ਹੋਏਗੀ ਔਰ ਉਸ ਦੀ ਡੇਟ ਆਫ ਜੁਆਇਨਿੰਗ ਤੋਂ ਇਨੀਸ਼ੀਅਲ ਅਪਾਇੰਟਮੈਂਟ ਦੀ ਡੇਟ ਆਫ ਜੁਆਇਨਿੰਗ ਤੋਂ ਹੀ ਜਿੰਨਾ ਵੀ ਉਸਨੇ ਪੀਰੀਅਡ ਕੀਤਾ ਹੈਗਾ ਉਸ ਸਰਵਿਸ ਦਾ ਪੀਰੀਅਡ ਹੀ ਮੰਨਿਆ ਜਾਵੇਗਾ। ਔਰ ਸੇਮ ਜਿਹੜੀ ਹੈ ਕੋਰਟ ਨੇ ਇਹ ਫੈਸਲਾ ਦਿੱਤਾ ਹੈਗਾ ਕਿ ਜੋ ਡਾਕਟਰ ਵਿਸ਼ਵਦੀਪ ਸਿੰਘ ਦਾ ਫੈਸਲਾ ਹੋਇਆ ਸੀਗਾ, ਡਾਕਟਰ ਵਿਸ਼ਵਦੀਪ ਸਿੰਘ ਦੇ ਕੇਸ ਦੇ ਵਿੱਚ ਵੀ ਫੈਸਲਾ ਹੋਇਆ ਸੀਗਾ ਔਰ ਗੁਰਵਿੰਦਰ ਸਿੰਘ ਤੇ ਅਦਰ ਦੇ ਵਿੱਚ ਵੀ ਫੈਸਲਾ ਹੋਇਆ ਸੀ, ਸੇਮ ਉਸੇ ਚੀਜ਼ ਨੂੰ ਜਿਹੜਾ ਹੈ ਜਿਹੜਾ ਫੋਲੋ ਕਰਦੇ ਹੋਏ ਇਹ ਪੇਮੈਂਟ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ ਕੋਰਟ ਦੇ ਵੱਲੋਂ ਕਿ ਇਹ ਆਰਡਰ ਜਿਹੜੇ ਇਨਵੈਲਿਡ ਨੇ, ਇਹਨਾਂ ਦੇ ਵਿੱਚ ਕੋਈ ਵੀ ਇੰਪਲੋਈ ਨੂੰ ਜਿਹੜਾ ਹੈਗਾ ਇਸ ਤਰੀਕੇ ਦਾ ਬੈਨੀਫਿਟ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਔਰ ਇੱਥੇ ਇੱਕ ਗੱਲ ਵੀ ਕਹੀ ਗਈ ਹੈ ਕਿ ਜੋ ਡਾਕਟਰ ਦੇ ਕੇਸ ਦੇ ਵਿੱਚ ਗੱਲ ਕਹੀ ਗਈ ਸੀਗੀ ਕਿ ਜਿਹੜੇ ਬਾਕੀ ਡਾਕਟਰਸ ਨੇ ਜਿਨ੍ਹਾਂ ਨੇ ਅਪਲਾਈ ਨਹੀਂ ਵੀ ਕੀਤਾ, ਪਟੀਸ਼ਨਰ ਨਹੀਂ ਵੀ ਨੇ ਕੇਸ ਦੇ, ਉਹਨਾਂ ਨੂੰ ਵੀ ਇਸ ਕੋਰਟ ਨੂੰ ਜਿਹੜਾ ਅਪਰੋਚ ਕਰਨ ਦੀ ਲੋੜ ਨਹੀਂ ਹੈ।
ਸੋ ਉਹ ਜਿਹੜੇ ਵੀ ਡਾਕਟਰਸ ਨੇ ਉਹ ਵੀ ਐਂਟਾਈਟਲਡ ਨੇ ਇਸ ਜਜਮੈਂਟ ਦਾ ਬੈਨੀਫਿਟ ਲੈਣ ਲਈ। ਸੋ ਇਸ ਦੇ ਵਿੱਚ ਉਹਨਾਂ ਨੇ ਕੋਰਟ ਨੇ ਜਿਹੜਾ ਫੈਸਲਾ ਹੈ ਡਾਕਟਰਸ ਦੇ ਵਿੱਚ ਇਹ ਫੈਸਲਾ ਕਲੀਅਰ ਕੱਟ ਦੇ ਦਿੱਤਾ ਸੀ ਕਿ ਅਗਰ ਕੋਈ ਪਟੀਸ਼ਨਰ ਨਹੀਂ ਵੀ ਬਣਿਆ ਹੈ, ਡਾਕਟਰ ਸੇਮ ਜੌਬ ਦੇ ਉੱਤੇ ਲੱਗਾ ਹੈ, ਦੈਨ ਉਹ ਵੀ ਐਂਟਾਈਟਲ ਹੈ ਸੇਮ ਬੈਨੀਫਿਟ ਲੈਣ ਦਾ ਇਸ ਚੀਜ਼ ਦਾ। ਜ਼ਰੂਰੀ ਨਹੀਂ ਕਿ अगर 10 डॉक्टर्स ने केस किया दैन रैसट जो 90 डॉक्टर्स हो उन्होंने अगर केस ना भी किया दैन उन्होंने बेनीफिट नहीं दिता जी। उस केस के कोर्ट ने क्लीयर कट कह दिता सी वो 90 डॉक्टर्स जोड़े रह गए ने वो भी इस चीज़ का बेनीफिट लैन एलिजिबल ने। और इत्थे डिवीजन बेंच ने यह भी गल कही हैगी कि ਇੱਥੇ ਇੱਕ ਹੋਰ ਫੈਸਲਾ ਹੋਇਆ ਸੀਗਾ ਜੋ ਕਿ ਸੈਕਟਰੀ ਸਟੇਟ ਆਫ ਕਰਨਾਟਕਾ ਐਂਡ ਅਦਰਸ ਵਰਸਸ ਉਮਾ ਦੇਵੀ ਤੇ ਸਟੇਟ ਆਫ ਪੰਜਾਬ ਵਰਸਸ ਜਗਜੀਤ ਸਿੰਘ ਐਂਡ ਅਦਰਸ ਦਾ ਹੋਇਆ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਸੇਮ ਡਿਊਟੀ ਕਰਦੇ ਹੋਏ ਅਗਰ ਕੋਈ 2 ਪਰਸਨ ਸੇਮ ਡਿਊਟੀ ਕਰ ਰਹੇ ਦੈਨ ਉਹਨਾਂ ਦੇ ਵਿੱਚ ਜਿਹੜਾ ਪੇ ਦਾ ਡਿਫਰੈਂਸ ਜਿਹੜਾ ਨਹੀਂ ਹੋ ਸਕਦਾ, ਉਹਨਾਂ ਦੀ ਇਕੁਅਲ ਪੇ ਐਂਡ ਇਕੁਅਲ ਵਰਕ ਦਾ ਫਾਰਮੂਲਾ ਇੰਪਲੀਮੈਂਟ ਹੋਏਗਾ। ਇਸ ਕਰਕੇ ਇਹ ਜਿਹੜਾ ਇੰਪਲੀਮੈਂਟ ਹੁੰਦਾ ਹੈ ਇਹ ਕੇਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵੀ ਇੰਪਲੀਮੈਂਟੇਸ਼ਨ ਆਉਂਦੀ ਹੈਗੀ ਕਿ ਇੱਕ ਸੇਮ ਪੈਟਰਨ ਦੇ ਉੱਤੇ ਕੰਮ ਕਰਦੇ ਦੋ ਅਲੱਗ ਇੰਪਲੋਈਜ਼ ਦੀ ਸੈਲਰੀ ਦੇ ਵਿੱਚ ਡਿਫਰੈਂਸ ਨਹੀਂ ਕੀਤਾ ਜਾ ਸਕਦਾ। ਅਗਰ ਉਹਨਾਂ ਦਾ ਸੇਮ ਜੋਬ ਪ੍ਰੋਫਾਈਲ ਹੈ ਦੋਨੋਂ ਦੈਨ ਉਹਨਾਂ ਦੀ ਸੇਮ ਪੇ ਹੋਏਗੀ। ਇਹ ਹੋ ਸਕਦਾ ਹੈ ਕਿ ਇੱਕ ਸੀਨੀਅਰ ਇੰਪਲੋਈ ਹੋਣ ਕਰਕੇ ਉਸਦੀ ਸੈਲਰੀ ਜ਼ਿਆਦਾ ਹੋ ਸਕਦੀ ਹੈ, ਬਟ ਉਹਨਾਂ ਦੀ ਜੋ ਇੱਕ ਨੋਰਮਲ ਪੇ ਬੈਂਡ ਹੈ, ਜੋ ਬੇਸਿਕ ਪੇ ਹੈਗੀ ਹੈ, ਜੋ ਫਿਕਸ ਕੀਤੀ ਜਾਂਦੀ ਹੈਗੀ ਹੈ ਕਿ ਉਸ ਨੂੰ ਪੇ ਇੰਨੀ ਕੀਤੀ ਜਾਂਦੀ ਹੈ ਇਸ ਜੋਬ ਦੇ ਵਾਸਤੇ, ਉਹ ਦੋਵਾਂ ਦੀ ਸੇਮ ਹੀ ਰਹੇਗੀ। ਯਾਨੀ ਕਿ ਉਹਨੂੰ HRA DA ਔਰ ਬਾਕੀ ਜੋ ਬੈਨੀਫਿਟਸ ਹੈਗੇ ਨੇ ਇੰਪਲੋਈ ਨੂੰ ਦੋਵਾਂ ਨੂੰ ਬਰਾਬਰ ਹੀ ਮਿਲਣਗੇ। ਇਹ ਨਹੀਂ ਹੈ ਕਿ ਇੱਕ ਨੂੰ ਘੱਟ ਔਰ ਇੱਕ ਨੂੰ ਜ਼ਿਆਦਾ ਪੇ ਕੀਤੇ ਜਾਣਗੇ। ਔਰ ਇੱਥੇ ਜੋ ਪ੍ਰੋਸੀਡਿੰਗ ਦੀ ਗੱਲ ਕੀਤੀ ਜਾ ਰਹੀ ਹੈ, ਜੋ ਸੁਪਰੀਮ ਕੋਰਟ ਦੀ ਅਗਰ ਗੱਲ ਕਰੀਏ ਤਾਂ ਦੈਨ ਇਹਦੇ ਵਿੱਚ ਕੋਰਟ ਨੇ ਇਹ ਵੀ ਕਿਹਾ ਹੈਗਾ ਕਿ 47/62/2020 ਦਾ ਜੋ ਫੈਸਲਾ ਹੋਇਆ ਸੀ 47/62/2020 ਇੱਕ SLP ਜਿਹੜੀ ਹੈਗੀ ਹੈ ਉਹ ਦਾਇਰ ਕੀਤੀ ਗਈ ਸੀਗੀ, ਜਿਸ ਦਾ ਕਿ ਫੈਸਲਾ ਅਜੇ ਤੱਕ ਸੁਪਰੀਮ ਕੋਰਟ ਵੱਲੋਂ ਨਹੀਂ ਕੀਤਾ ਗਿਆ ਹੈਗਾ। ਔਰ ਇਸ ਵਾਸਤੇ ਸੁਪਰੀਮ ਕੋਰਟ ਦੇ ਵੱਲੋਂ ਫਿਲਹਾਲ ਕੋਈ ਵੀ ਜਜਮੈਂਟ ਦੇ ਉੱਤੇ ਸਟੇ ਵੀ ਨਹੀਂ ਲਗਾਏਗੀ, ਕਿਸੇ ਕੇਸ ਦੇ ਵਿੱਚ ਸਟੇ ਨਹੀਂ ਲਗਾਏਗੀ, ਯਾਨੀ ਕਿ ਉਸ ਨੂੰ ਹਾਈ ਕੋਰਟ ਦੇ ਆਰਡਰ ਨੂੰ ਰੋਕਿਆ ਨਹੀਂ ਗਿਆ ਹੈਗਾ। ਸੋ ਇਸ ਬੇਸ ਦੇ ਉੱਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਇੰਪਲੋਈਜ਼ ਨੂੰ ਜਿਹੜੀ ਸੁਪਰੀਮ ਕੋਰਟ 'ਚ ਕੇਸ ਹੋਣ ਕਰਕੇ ਜਿਹੜੀ ਸੈਲਰੀ ਹੈ ਉਹ ਨਹੀਂ ਪੇ ਕੀਤੀ ਜਾਵੇਗੀ। ਸੋ ਅੱਗੇ ਜਜਮੈਂਟ ਵਿੱਚ ਇਹ ਗੱਲ ਕੀਤੀ ਗਈ ਹੈ ਜੋ ਕਿ ਨੋਟੀਫਿਕੇਸ਼ਨ ਹੋਇਆ ਸੀ 22/12/2015 ਨੂੰ ਸੇਮ ਜਿਹੜਾ ਫੈਸਲਾ ਹੋਇਆ ਸੀ 15/1/2015 ਦਾ, ਉਸ ਨੂੰ ਕਲੈਰੀਫਾਈ ਕਰਨ ਲਈ ਫਰਦਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ, ਜਿਸ ਨੂੰ ਕਲੈਰੀਫਾਈ ਕੀਤਾ ਗਿਆ ਸੀ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਪ੍ਰੋਬੇਸ਼ਨ ਦੌਰਾਨ ਜਿਹੜਾ ਟਾਈਮ ਸਪੈਂਡ ਕੀਤਾ ਗਿਆ ਹੈ ਜੌਬ ਦੇ ਉੱਤੇ ਉਸ ਨੂੰ ਕਲੀਅਰੀਫਾਈ ਨਹੀਂ ਜੌਬ 'ਚ ਨਹੀਂ ਕਾਊਂਟ ਕੀਤਾ ਗਿਆ। ਇਹ ਸਾਰੀਆਂ ਗੱਲਾਂ ਦੀ ਇੱਥੇ ਅੱਗੇ ਫਰਦਰ ਗੱਲ ਕੀਤੀ ਗਈ ਹੈਗੀ ਹੈ। ਔਰ ਇਸ ਤੋਂ ਬਾਅਦ ਜਿਹੜੀ ਪਟੀਸ਼ਨਰ ਵੱਲੋਂ ਕੌਂਸਿਲ ਨੂੰ ਕਿਹਾ ਗਿਆ ਸੀਗਾ ਕਿ ਨੋਟੀਫਿਕੇਸ਼ਨ 15/1/15 ਜਿਹੜੀ ਹੈ ਕੁਐਸ਼ ਕਰ ਦਿੱਤੀ ਗਈ ਹੈ ਕਿ 22/12/2015 ਨੂੰ ਵੀ ਕੁਐਸ਼ ਕੀਤਾ ਜਾਏ। ਸੋ ਇਸ ਵਿੱਚ ਕੌਂਸਿਲ ਜਿਹੜੀ ਹੈਗੀ ਹੈ ਇਸ ਦੇ ਸਾਹਮਣੇ ਜਿਹੜੀ ਰਿਪਰੈਜ਼ੈਂਟੇਸ਼ਨ ਹੋਈ ਉਸ ਦੇ ਵਿੱਚ ਕਿਹਾ ਗਿਆ ਹੈਗਾ ਕਿ ਇੱਕ SLP ਸੁਪਰੀਮ ਕੋਰਟ 'ਚ ਪੈਂਡਿੰਗ ਹੈ ਔਰ ਰਾਜਸਥਾਨ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਗੋਪਾਲ ਕੁਮਾਵਤ ਦਾ ਜਿਹੜਾ ਫੈਸਲਾ ਹੈ ਉਸ ਨੂੰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ SLP 255/65 ਆਫ 2015 ਦੇ ਨਾਲ, ਜੋ ਕਿ ਸੁਪਰੀਮ ਕੋਰਟ ਦੇ ਵਿੱਚ ਅਗੇਨ ਪੈਂਡਿੰਗ ਹੈਗੀ ਹੈ। ਸੋ ਇਸ ਲਈ ਜਿਹੜੀ ਇਹ ਕੋਰਟ ਹੈਗੀ ਹੈ ਇਹ ਗੁਰੇਜ਼ ਕਰੇਗੀ 22/12/2015 ਦੀ ਵੈਲਿਡਿਟੀ ਦੇ ਕਹਿਣ ਲਈ। ਸੋ ਫਿਲਹਾਲ ਤੱਕ ਇੱਥੇ ਤੱਕ ਤਾਂ ਇੰਨਾ ਸਾਨੂੰ ਕਲੀਅਰ ਹੈਗਾ ਕਿ 15/1/15 ਦੇ ਬਾਰੇ ਜਿਹੜਾ ਫੈਸਲਾ ਕੀਤਾ ਗਿਆ ਉਸ ਦੇ ਬਾਰੇ ਕੋਰਟ ਨੇ ਕਿਹਾ ਹੈਗਾ ਕਿ ਇੱਕ ਇਨਵੈਲਿਡ ਚੀਜ਼ ਹੈ ਜੋ ਕਿ ਇੱਕ ਇੰਪਲੋਈ ਨੂੰ ਕਿਹਾ ਜਾਂਦਾ ਹੈਗਾ ਕਿ ਇੰਪਲੋਈ ਦੀ ਜਿਹੜੀ ਸਰਵਿਸ ਹੈ ਉਸ ਨੂੰ ਉਸਦੀ ਪ੍ਰੋਪਰ ਪੇ ਮਿਲਣੀ ਚਾਹੀਦੀ ਹੈਗੀ ਹੈ, ਉਸਦਾ ਜਿਹੜਾ ਬੈਨੀਫਿਟ ਹੈ ਉਸ ਨੂੰ ਮਿਲਣਾ ਚਾਹੀਦਾ ਹੈ। ਕੋਈ ਦੋ ਇੰਪਲੋਈ ਜਿਹੜੇ ਹੈਗੇ ਨੇ ਅਗਰ ਇੱਕ ਜੋਬ 'ਤੇ ਕੰਮ ਕਰ ਰਹੇ ਦੈਨ ਦੋਵਾਂ ਦੀ ਸੈਲਰੀ ਡਿਫਰੈਂਸ ਨਹੀਂ ਹੋ ਸਕਦਾ ਹੈਗਾ, ਉਹਨਾਂ ਦੇ ਵਿੱਚ ਪੇਮੈਂਟ ਦਾ ਡਿਫਰੈਂਸ ਨਹੀਂ ਕੀਤਾ ਜਾ ਸਕਦਾ। ਇੱਥੇ ਤੱਕ ਤਾਂ ਜਜਮੈਂਟ ਦੀ ਜਿਹੜੀ ਕੰਡੀਸ਼ਨਸ ਨੇ ਜਾਂ ਜੋ ਜਜਮੈਂਟ ਦਾ ਫੈਸਲਾ ਹੈ ਉਹ ਇੱਥੇ ਤੱਕ ਸਾਨੂੰ ਕਲੀਅਰ ਹੋ ਜਾਂਦਾ ਹੈਗਾ ਹੈ। ਔਰ ਉਸ ਤੋਂ ਬਾਅਦ ਜਿਹੜੀ ਇੱਕ ਗੱਲ ਕਹੀ ਗਈ ਹੈ ਇਸ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਇੱਕ ਫੈਸਲਾ ਹੋਇਆ ਸੀ ਡਾਕਟਰ ਵਿਸ਼ਵਦੀਪ ਸਿੰਘ ਐਂਡ ਅਦਰ ਦਾ, ਜਿਸ ਵਿੱਚ 15/1/2015 ਦੀ ਕੁਐਸ਼ ਕੀਤਾ ਗਿਆ ਨੋਟੀਫਿਕੇਸ਼ਨ, ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਜਿਹੜਾ ਇੰਪਲੋਈਜ਼ ਹੈ ਜਾਂ ਜਿਹੜੇ ਜਿਨ੍ਹਾਂ ਨੇ ਪਟੀਸ਼ਨਰ ਨੇ ਉਹਨਾਂ ਨੂੰ ਬੈਨੀਫਿਟ ਦਿੱਤਾ ਜਾਏਗਾ ਫੈਸਲਾ ਹੋਣ ਦੀ ਤਾਰੀਖ ਤੋਂ, ਯਾਨੀ ਕਿ 26/10/2018 ਨੂੰ ਜਦੋਂ ਇਹ ਫੈਸਲਾ ਹੋਇਆ ਸੀਗਾ ਉਸ ਦਿਨ ਤੋਂ ਉਹਨਾਂ ਨੂੰ ਸਾਰੇ ਬੈਨੀਫਿਟਸ ਜਿਹੜੇ ਆ ਉਹ ਦਿੱਤੇ ਜਾਣਗੇ, ਯਾਨੀ ਕਿ ਮੋਨੀਟਰੀ ਬੈਨੀਫਿਟ ਜਿਹੜੇ ਨੇ ਉਹਨਾਂ ਨੂੰ ਉਸ ਦਿਨ ਤੋਂ ਮਿਲਣੇ ਸ਼ੁਰੂ ਹੋਣਗੇ। ਜਦਕਿ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੇ ਬੈਨੀਫਿਟ ਹੈ ਅਗਰ ਨੋਟੀਫਿਕੇਸ਼ਨ ਕੁਐਸ਼ ਹੋ ਜਾਂਦੀ ਹੈ ਦੈਨ 15/1/15 ਤੋਂ ਹੀ ਉਹ ਬੈਨੀਫਿਟ ਸਾਰੇ ਜਿਹੜੇ ਆ ਦਿੱਤੇ ਜਾਣੇ ਬਣਦੇ ਸਨ। ਬਟ ਇਸ ਦੇ ਵਿੱਚ ਕੋਰਟ ਨੇ ਇਹ ਕਲੀਅਰ ਕੱਟ ਕਹਿ ਦਿੱਤਾ ਹੈਗਾ ਕਿ ਜੋ ਉਸ ਟਾਈਮ ਜਜਮੈਂਟ ਹੋਈ ਹੈ ਉਸ ਨੂੰ ਰਿਵਾਈਜ਼ ਕਰਨ ਦੀਆਂ ਪਾਵਰਸ ਜਿਹੜੀਆਂ ਨੇ ਉਹ ਕੋਰਟ ਕੋ ਨਹੀਂ ਹਨ, ਉਸ ਦੀ ਪਾਵਰ ਜਿਹੜੀ ਹੈਗੀ ਉਹ ਸੁਪਰੀਮ ਕੋਰਟ ਕਈ ਹੈ, ਉਸ ਆਰਡਰਸ ਨੂੰ ਜਿਹੜਾ ਚੇਂਜ ਕਰਨ ਦੀਆਂ ਪਾਵਰਸ ਜਿਹੜੀਆਂ ਨੇ ਉਹ ਸੁਪਰੀਮ ਕੋਰਟ ਹੀ ਉਸ ਫੈਸਲੇ ਨੂੰ ਚੇਂਜ ਕਰ ਸਕਦੀ ਹੈਗੀ ਹੈ। ਸੋ ਉਹ ਕੇਸ ਜਿਹੜਾ ਹੈਗਾ SLP ਜਿਹੜੀ ਹੈਗੀ ਹੈ ਉਹ ਪੈਂਡਿੰਗ ਹੈਗੀ ਹੈ ਸੁਪਰੀਮ ਕੋਰਟ ਦੇ ਵਿੱਚ ਔਰ ਉਮੀਦ ਹੈ ਕਿ ਉਸ ਦਾ ਫੈਸਲਾ ਵੀ ਜਲਦੀ ਹੀ ਆ ਜਾਵੇਗਾ। ਬਟ ਉਨੀ ਦੇਰ ਤੱਕ ਕੋਰਟ ਨੇ ਇਹ ਕਹਿ ਦਿੱਤਾ ਕਿ ਅਗਰ ਸੁਪਰੀਮ ਕੋਰਟ ਵੱਲੋਂ ਫੈਸਲਾ ਨਹੀਂ ਕੀਤਾ ਜਾ ਰਿਹਾ ਜਿੰਨੀ ਦੇਰ ਤੱਕ ਇੱਕ ਕੇਸ ਪੈਂਡਿੰਗ ਹੈਗਾ ਉਨੀ ਦੇਰ ਤੱਕ ਆਪਾਂ ਕਿਸੇ ਵੀ ਇੰਪਲੋਈ ਨੂੰ ਜਿਹੜਾ ਹੈਗਾ ਇਸ ਦਾ ਬੈਨੀਫਿਟ ਦੇਣ ਤੋਂ ਮਨਾ
नहीं कर सकते हैं और इस सिर्फ इस गल करके कि एक सुप्रीम कोर्ट 'ਚ केस पेंडिंग है इस करके किसी ਨੂੰ बेनीफिट ना दिता जे ये एक गलत गल होएगी जिस करके उन्होंने इस चीज़ ਨੂੰ ਕਿਹਾ ਹੈਗਾ कि जिन्ने भी इंप्लॉयज़ है ਜਿਹੜੀ भी केस ਕੀਤਾ है उन्होंने इस चीज़ का बेनीफिट दिता जाना चाहिए हैगा। सो उस तो बाद कोर्ट ने ਜਿਹੜਾ फैसला वो दस्सिया हैगा कि ਸਿੰਪਲੀ ਇਹ ਕਹਿ ਦੇਣਾ कि उस केस ਦੇ ਵਿੱਚ ਸਾਡੇ ਕੋਲ फैक्ट्स ना होने करके ਅਸੀਂ नहीं कह सकते हैं कि क्योंकि रिप्रजेंट नहीं किए गए कोर्ट ਨੂੰ फैक्ट्स इस करके एक कोर्ट ਜਿਹੜੀ है ये नहीं दस सकती हैगी है कि क्यों ये फैसला उस टाइम एक किया गया कि ਜਿਹੜਾ बेनीफिट्स है वो ऑर्डर की डेट तो ही पास किए जाने चाहिए हैं। तो ਸਿੰਪਲੀ इस गल करके ਆਪਾਂ ਜਿਹੜਾ ਇਸ ਦੇ ਉੱਤੇ ਜਿਹੜਾ ਕੇਸ ਦੇ ਉੱਤੇ ਜਿਹੜਾ फैसला होया सी उस बारे ज़्यादा नहीं कहांगे बट ਜਿਹੜੇ भी इंप्लॉयज़ है जिन्होंने इस का बेनीफिट दिता जाना है क्योंकि ये एक आर्टिकल 14 या 16 ਦੇ ਵਿੱਚ जो भी इंस्टेंट केस ਦੇ ਵਿੱਚ हैगा है वो इस करके ਜਿਹੜਾ 15/1/15 ਦਾ नोटिफिकेशन है उसਨੂੰ नल या वॉइड करार दिता जाता हैगा। सो इस दे बाद कोर्ट ने ਜਿਹੜਾ सुप्रीम कोर्ट ਦੇ ਬਾਰੇ ਵੀ फैसला किया कि 26/1/1950 ਦੇ ਵਿੱਚ ਜਦੋਂ कॉन्स्टिट्यूशन होंद विच आया सीगा जो कॉन्स्टिट्यूशन बनिया सीगा उस टाइम फंडामेंटल राइट्स दिते गए से हरेक इंसान नूं ते उस फंडामेंटल राइट तो जिहड़ा हैगा उस दे करके जो भी इंसान का फंडामेंटल राइट है उसनूं वाइड नहीं किया जा सकता। अगर कोई स्टेट इहो जिहा लॉ बनाती है कोई इहो जी चीज़ बनाती है जिस दे करके एक परसन का फंडामेंटल राइट भंग हुंदा हैगा दैन ऑटोमैटिकली जिहड़ा लॉ है अपने आप ही खत्म हो जाएगा वाइड हो जाएगा उसका कोई इफेक्ट नहीं करता। जिवें तुसीं इत्थे देखोगे ना द स्टेट शैल नॉट मेक एनी लॉ विच takes away or abides the rights of conferred by this part or any law made in contravention of this clause shall to extent of the contravention be void। सो इस गल क्लीयर कह दी गई है कि फंडामेंटल राइट अगर किसी लॉ के बनने के नाल भंग होंदे हैं दैन वो ऑटोमैटिकली लॉ जिहड़ा अपने आप ही वॉइड हो जाएगा उसका कोई भी वजूद नहीं रहेगा। सो इतों गल क्लीयर हो जाती है कि फंडामेंटल राइट भी भंग होंदे हैगे ने इत्थे इस बारे भी कोर्ट ने इस दे विच गल कही हैगी। सो एक बहुत ही वधिया डिसीजन जिहड़ा कोर्ट का दिता गया है इस विच हर एक चीज़ नूं क्लैरीफाई कर दिता गया किस संदर्भ विच गल कही गई है किस दे अगेंस्ट जिहड़ा फैसला बनता हैगा की इस विच आर्टिकल्स आंदे ने ये सारे इस कोर्ट दे जिहड़ा जजमेंट आई हैगी है इस दे विच क्लीयर कट तुहानूं जिहड़े पता लग जाणगे और इस विच जिहड़ा फैसला दिता गया हुण आपां उस उत्ते जांदे हैगे। सो क्योंकि इस जजमेंट विच अलग अलग पटीशनस जिहड़ियां ने वो दायर जिहड़ियां ने लगाईयां गईयां ने अलग अलग जजमेंट के फैसले दिखाए गए हैं जिस दे नाल कि ये क्लीयर हो जाता है कि जिहड़ा एक इंप्लॉई है जिसने केस किया है जिहड़ा पटीशनर है जिसने कहा है कि मैंने 15/1/15 तो जिहड़ा नोटिफिकेशन होने करके मेरा जिहड़ा नुकसान हो रहा है इसका उसनूं क्रैश किया जाए। सो उस वास्ते कोर्ट ने क्लीयर कट इत्थे जिहड़ी दे दी गई इंस्ट्रक्शन दे दी गई तुसीं फैसला देखोगे देयरफॉर ऑल द रिट पटीशन आर अलाउड एंड द नोटिफिकेशन डेटेड 12/12/15 is also quashed and the benefit thereof shall accrue to the petitioner who have challenged it from date of initial appointment as was done in the case of Gurvinder Singh and other। सो इत्थे कोर्ट ने क्लीयर कट कह दिता है कि 22/12/2015 का जिहड़ा एक नोटिफिकेशन होया सी जिहड़ा कि क्लैरीफाई करता सी फरदर अगे एक्सटेंड किया गया सी 15/1/15 नूं उसनूं भी खत्म कर दिता जाता है। सो द क्वेश्चन नेक्स्ट टू कंसिडरेशन इज whether the benefit of the crashing of these notifications should be confined only to the writ petitioner and not extend to other government employee or employees working in aid post who had also been given appointment on conditions similar to those which are quashing in these writ petition। सो इस तो बाद यह गल कही गई है कि अगला क्वेश्चन जिहड़ा ये आ जाता है कि जिहड़ा इस कोर्ट का फैसला होया है कि हुण ये रिट पटीशन का फैसला एक्सटेंड किया जाना है या नहीं किया जाना है रिट पटीशनर के इलावा बाकियां ते या नहीं यह गल इत्थे कही गई हैगी है। सो इसका हले कोई जिहड़ा है क्लीयर कट गल नहीं इत्थे कही गई इत्थे सिर्फ एक पैरा जिहड़ा है वो इंक्लूड किया गया कि सिर्फ एक नैक्सट क्वेश्चन होएगा इसका की किया जाना है। सो उस तो बाद जिहड़ा नोटिफिकेशन अगला इंक्लूड किया इस विच वो क्या किया गया है 5/9/2016 का जिस दे विच कि पंजाब सिविल सर्विसिज दे रूल्स दे विच चेंज किया गया जिस दे विच किया गया कि प्रोबेशन जिहड़ा 2 साल तो 3 साल तक का कर दिता गया। सो इसके अगेंस्ट भी काफ़ी सारे जो केसिस है वो लगे हुए हैं और इसकी जी प्लीडिंग प्रॉपर प्लीडिंग जी हैगी पेंडिंग हैगी है। सो इस करके इस कोर्ट ने कोई जजमेंट नहीं की हैगी इस वास्ते कोई नहीं कहा गया जदों तक उसका फैसला नहीं आ जाता तो ये ओपन रखा स्टेट के उत्ते इस दे उत्ते की डिसीजन जो स्टेट लेना चाहती हैगी। सो उस तो बाद जो फाइनल फैसला जो कोर्ट का आया है वो आया अकॉर्डिंगली द रिट पटीशनस आर अलाउड एज अंडर नोटिफिकेशन जी कि 2015 की 15/1/2015 की हैगी है उसनूं क्वैश किया जाता
हैज़ ਜਿਹੜੀ ਕਿ ਪਹਿਲਾਂ ਤੋਂ ਹੀ ਕੁਐਸ਼ ਕੀਤੀ ਗਈ ਸੀ ਗੁਰਵਿੰਦਰ ਸਿੰਘ ਐਂਡ ਅਦਰ ਦੇ ਕੇਸ ਵਿੱਚ ਔਰ ਡਾਕਟਰ ਵਿਸ਼ਵਦੀਪ ਸਿੰਘ ਐਂਡ ਅਦਰ ਦੇ ਕੇਸ ਵਿੱਚ। ਹੁਣ ਉਸ ਨੂੰ ਦੁਬਾਰਾ ਕਹਿੰਦੇ ਹੈ ਕੁਐਸ਼ ਕਰਨ ਦੀ ਲੋੜ ਨਹੀਂ ਹੈ, ਆਲਰੇਡੀ ਉਹ ਜਿਹੜੀ ਹੈ ਕੁਐਸ਼ ਕੀਤੀ ਜਾਂਦੀ ਹੈ, ਉਸ ਨੂੰ ਖਤਮ ਕੀਤਾ ਜਾਂਦਾ, ਉਸ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ। ਔਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਦੇ ਅਕੋਰਡਿੰਗ ਜਿਹੜੀ ਕੀਤੀ ਗਈ ਹੈਗੀ ਗੱਲ 22/12/2015 ਦੀ, ਉਸ ਦਾ ਵੀ ਜਿਹੜਾ ਹੈਗਾ ਕਿ ਉਸ ਨੂੰ ਵੀ ਕੁਐਸ਼ ਕਰ ਦਿੱਤਾ ਗਿਆ, ਯਾਨੀ ਕਿ 22/12/2015 ਨੂੰ ਵੀ ਖਤਮ ਕਰ ਦਿੱਤਾ ਗਿਆ। ਇੱਥੇ ਜਿਹੜੀ ਗੱਲ ਹੈ ਉਹ ਤੁਸੀਂ ਦੇਖੋਗੇ ਪੁਆਇੰਟ 20 ਦੇ ਵਿੱਚ ਕੋਰਟ ਨੇ ਜਜਮੈਂਟ ਦੇ ਵਿੱਚ ਕਹਿ ਦਿੱਤਾ ਗਿਆ ਐਂਡ ਇਹ ਵੀ ਜਿਹੜੀ ਚੀਜ਼ ਹੈ ਨੋਟੀਫਿਕੇਸ਼ਨ ਹੈ ਇਸ ਨੂੰ ਵੀ ਕੁਐਸ਼ ਕਰ ਦਿੱਤਾ ਜਾਣਾ, ਖਤਮ ਕਰ ਦਿੱਤਾ ਗਿਆ ਹੈਗਾ। ਐਨੀ ਕੰਡੀਸ਼ਨ ਇੰਕਲੂਡ ਇਨ ਅਪਾਇੰਟਮੈਂਟ ਲੈਟਰ, ਯਾਨੀ ਕਿ ਅਗਰ ਕੋਈ ਕੰਡੀਸ਼ਨ ਅਪਾਇੰਟਮੈਂਟ ਲੈਟਰ ਦੇ ਵਿੱਚ ਪਾਈ ਗਈ ਹੈ ਪਟੀਸ਼ਨਰ ਦੇ, ਦੈਨ ਉਹ ਵੀ ਜਿਹੜੀ ਹੈ ਖਤਮ ਸਮਝਿਆ ਜਾਏ, ਉਸ ਕੰਡੀਸ਼ਨ ਦੀ ਵੈਲਿਡਿਟੀ ਜ਼ੀਰੋ ਹੋ ਜਾਂਦੀ ਹੈ ਹੁਣ ਇਸ ਫੈਸਲੇ ਤੋਂ ਬਾਅਦ। ਯਾਨੀ ਕਿ ਅਗਰ ਕੋਈ ਕਹੇ ਕਿ ਤੁਹਾਡੇ ਆਰਡਰ ਦੇ ਵਿੱਚ ਇਹ ਪੁਆਇੰਟ ਪਾਇਆ ਗਿਆ ਇਸ ਕਰਕੇ ਤੁਸੀਂ ਇਸ ਕੰਡੀਸ਼ਨ ਦੇ ਲਈ ਐਲੀਜੀਬਲ ਹੋ, ਦੈਨ ਉਹ ਕੰਡੀਸ਼ਨ ਆਟੋਮੈਟਿਕਲੀ ਵਾਇਡ ਹੋ ਜਾਂਦੀ ਹੈ, ਹੁਣ ਉਸ ਦਾ ਕੋਈ ਵਜੂਦ ਜਿਹੜਾ ਨਹੀਂ ਰਹਿੰਦਾ ਹੈਗਾ। ਔਰ ਇਸ ਦੇ ਵਿੱਚ ਕੋਰਟ ਨੇ ਜਿਹੜਾ ਕਹਿ ਦਿੱਤਾ ਹੈਗਾ, ਰਿਸਪੋਂਡੈਂਟ ਨੂੰ ਕਹਿ ਦਿੱਤਾ ਹੈਗਾ ਕਿ ਪਟੀਸ਼ਨਰ ਜਿੰਨੇ ਵੀ ਹੈਗੇ ਉਹਨਾਂ ਨੂੰ ਰੈਗੂਲਰ ਪੇ ਸਕੇਲ ਦਿੱਤਾ ਜਾਵੇ ਅਲੋਂਗ ਵਿਦ ਸਾਰੇ ਬੈਨੀਫਿਟ, HRA ਹੈ, DA ਹੈ, ਔਰ ਜਿੰਨਾ ਵੀ ਕੁਛ ਹੈਗਾ ਇਨੀਸ਼ੀਅਲ ਅਪਾਇੰਟਮੈਂਟ ਡੇਟ ਤੋਂ ਦਿੱਤਾ ਜਾਏ। ਅਗਰ ਕੋਈ ਇੰਪਲੋਈ ਦਾ ਏਰੀਅਰ ਬਣਦਾ ਹੈਗਾ ਦੈਨ ਉਸ ਨੂੰ ਵਿਦਿਨ 3 ਮੰਥਸ ਜਿਹੜਾ ਹੈ ਆਰਡਰ ਦੀ ਡੇਟ ਤੋਂ ਦਿੱਤਾ ਜਾਣਾ ਚਾਹੀਦਾ ਹੈਗਾ। ਸੋ ਇਹ ਆਰਡਰ ਜਿਹੜਾ ਪੁਆਇੰਟ D ਦੇ ਵਿੱਚ ਜਿਹੜਾ ਕੋਰਟ ਨੇ ਜਜਮੈਂਟ ਦੇ ਵਿੱਚ ਕਿਹਾ ਹੈਗਾ। ਔਰ ਇਸ ਤੋਂ ਬਾਅਦ ਕੋਰਟ ਨੇ ਇਹ ਕਹਿ ਦਿੱਤਾ ਕਿ ਰਿਸਪੋਂਡੈਂਟ ਜਿਹੜੇ ਕਿ ਹੈਗੇ ਹੈ ਉਸ ਨੂੰ ਡਾਇਰੈਕਟ ਕੀਤਾ ਹੈ ਕਿ ਜਿੰਨਾ ਵੀ ਪੀਰੀਅਡ ਇੰਪਲੋਈ ਨੇ ਪਾਸ ਕੀਤਾ ਹੈ ਪ੍ਰੋਬੇਸ਼ਨ ਦੇ ਦੌਰਾਨ ਉਸ ਨੂੰ ਰੈਗੂਲਰ ਸਰਵਿਸ ਦਾ ਹੀ ਪੀਰੀਅਡ ਕਾਊਂਟ ਕੀਤਾ ਜਾਵੇਗਾ। ਉਸ ਨੂੰ ਇਹ ਨਹੀਂ ਕਿਹਾ ਜਾਵੇਗਾ ਕਿ ਉਹ ਰੈਗੂਲਰ ਸਰਵਿਸ ਦਾ ਪੀਰੀਅਡ ਨਹੀਂ ਹੈ। ਸੋ ਇੱਥੇ ਇਹ ਵੀ ਗੱਲ ਪੁਆਇੰਟ E ਦੇ ਵਿੱਚ ਕਲੀਅਰ ਕਰ ਦਿੱਤੀ ਗਈ ਹੈ ਇਸ ਜਿਹੜਾ ਹੈ ਆਰਡਰ ਦੇ ਵਿੱਚ। ਔਰ ਜਿਹੜੀ ਕਲਾਸ ਸਟੇਜਸ ਦੇ ਵਿੱਚ 2 ਤੋਂ 3 ਸਾਲ ਦਾ ਪ੍ਰੋਬੇਸ਼ਨ ਕੀਤਾ ਗਿਆ ਸੀ 5/9/2016 ਦਾ, ਇਸ਼ੂਡ ਬਾਈ ਸਟੇਟ ਆਫ ਪੰਜਾਬ ਇਜ਼ ਲੈਫਟ ਓਪਨ ਫॉर ਕੰਸੀਡਰੇਸ਼ਨ ਇਨ ਐਨ ਐਪਰੋਪ੍ਰੀਏਟ, ਯਾਨੀ ਕਿ ਇੱਕ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਤੋਂ ਲੱਗੇ ਹੋਏ ਹੈਗੇ ਨੇ, ਕਾਫੀ ਸਾਰੇ ਕੇਸ ਲੱਗੇ ਹੋਏ ਨੇ ਇਹਦੇ ਉੱਤੇ, ਇਸ ਲਈ ਇਸ ਦੇ ਉੱਤੇ ਕੋਈ ਵੀ ਜਿਹੜਾ ਫੈਸਲਾ ਨਹੀਂ ਕੀਤਾ ਗਿਆ ਔਰ ਇਹ ਛੱਡਿਆ ਗਿਆ, ਓਪਨ ਛੱਡਿਆ ਗਿਆ ਜਦੋਂ ਤੱਕ ਇਹਨਾਂ ਦੀ ਪ੍ਰੋਸੀਡਿੰਗ ਜਿਹੜੀ ਹੈ ਹੋ ਨਹੀਂ ਜਾਂਦੀ। ਔਰ ਪੈਂਡਿੰਗ ਐਪਲੀਕੇਸ਼ਨ ਅਗਰ ਕੋਈ ਹੈਗੀ ਹੈ ਇਸ ਤੋਂ ਇਲਾਵਾ ਵੀ ਉਹ ਆਟੋਮੈਟਿਕਲੀ ਜਿਹੜੀ ਹੈ ਡਿਸਪੋਜ਼ ਆਫ ਕੀਤੀ ਜਾਂਦੀ ਹੈਗੀ ਹੈ। ਸੋ ਇਹ ਫੈਸਲਾ ਹੋਇਆ ਹੈ ਜਿਹੜਾ ਜਜਮੈਂਟ ਦਾ ਫੈਸਲਾ, ਜਿਸ ਦਾ ਤੁਸੀਂ ਦੇਖੀ ਹੋਗੀ ਜਜਮੈਂਟ ਦੇ ਵਿੱਚ ਕਲੀਅਰ ਕੱਟ ਗੱਲਾਂ ਕਰ ਦਿੱਤੀਆਂ ਗਈਆਂ। ਪੁਆਇੰਟ A ਦੇ ਵਿੱਚ ਉਹਨਾਂ ਨੇ 15/1/15 ਨੂੰ ਕੁਐਸ਼ ਕਰ ਦਿੱਤਾ ਗਿਆ, ਪੁਆਇੰਟ B ਦੇ ਵਿੱਚ 22/12/15 ਨੂੰ ਕੁਐਸ਼ ਕਰ ਦਿੱਤਾ ਗਿਆ। ਉਸ ਤੋਂ ਬਾਅਦ ਅਪਾਇੰਟਮੈਂਟ ਲੈਟਰ ਦੇ ਵਿੱਚ ਜਿਹੜੀ ਕੋਈ ਆਰਡਰ ਹੈ ਉਸ ਨੂੰ ਕੁਐਸ਼ ਕਰ ਦਿੱਤਾ ਗਿਆ। ਉਸ ਤੋਂ ਬਾਅਦ ਡਾਇਰੈਕਟ ਕੀਤਾ ਗਿਆ ਕਿ ਕੋਈ ਵੀ ਅਗਰ ਏਰੀਅਰ ਹੈ ਇੰਪਲੋਈ ਦਾ ਉਸ ਨੂੰ 3 ਮਹੀਨੇ ਦੇ ਵਿੱਚ ਪੇ ਕੀਤਾ ਜਾਏ। ਔਰ ਉਸ ਤੋਂ ਬਾਅਦ ਕਿਹਾ ਗਿਆ ਕਿ ਸਰਵਿਸ ਜਿਹੜੀ ਹੈ ਉਹ ਕਾਊਂਟ ਕੀਤੀ ਜਾਣੀ ਹੈ ਪ੍ਰੋਬੇਸ਼ਨ ਦੇ ਦੌਰਾਨ। ਔਰ ਇੱਕ ਲਾਸਟ ਜਿਹੜੀ ਗੱਲ ਹੈ 5/9/2016 ਦੀ, ਜਿਸ ਦਾ ਕਿ ਕੇਸ ਹਾਲੇ ਪੈਂਡਿੰਗ ਹੈਗੇ ਚੱਲਦੇ ਪਏ ਨੇ, ਉਹਨਾਂ ਦੇ ਬਾਰੇ ਜਿਹੜਾ ਹਾਲੇ ਓਪਨ ਹੀ ਰੱਖਿਆ ਗਿਆ ਡਿਸੀਜਨ, ਉਸ ਦੇ ਬਾਰੇ ਕੋਈ ਡਿਸੀਜਨ ਹਜੇ ਨਹੀਂ ਦਿੱਤਾ ਗਿਆ। ਸੋ ਇਸ ਤੋਂ ਕਲੀਅਰ ਹੋ ਜਾਂਦਾ ਹੈ ਕਿ ਜਿੰਨੇ ਵੀ ਪਟੀਸ਼ਨਰ ਸੀਗੇ ਉਹਨਾਂ ਸਾਰਿਆਂ ਨੂੰ ਇਸ ਚੀਜ਼ ਦਾ ਬੈਨੀਫਿਟ ਜਿਹੜਾ ਹੈ ਮਿਲਦਾ ਰਹੇਗਾ। ਹੁਣ ਇਸ ਦੇ ਉੱਤੇ ਗੱਲ ਅੱਗੇ ਆ ਜਾਂਦੀ, ਜਿੱਦਾਂ ਕਿ ਕੋਰਟ ਨੇ ਇੱਕ ਪੁਆਇੰਟ ਇੱਥੇ ਜਿਹੜਾ ਜਜਮੈਂਟ ਦੇ ਵਿੱਚ ਲਿਖਿਆ ਹੈ ਕਿ ਉਸ ਤੋਂ ਬਾਅਦ ਜਿਹੜਾ ਪੁਆਇੰਟ ਆ ਜਾਂਦਾ ਹੈਗਾ ਉਹ ਇਹ ਆ ਜਾਂਦਾ ਹੈਗਾ ਕਿ ਹੁਣ ਜਿਹੜਾ ਇਹ ਫੈਸਲਾ ਹੋਇਆ ਹੈ, ਇਹ ਜਿਹੜਾ ਫੈਸਲਾ ਹੋਇਆ ਇਹ ਬਾਕੀਆਂ ਨੂੰ ਦਿੱਤਾ ਜਾਣਾ ਹੈ ਜਾਂ ਨਹੀਂ ਦਿੱਤਾ ਜਾਣਾ ਹੈ, ਇਸ ਦੇ ਬਾਰੇ ਫੈਸਲਾ ਜਿਹੜਾ ਹੈ ਉਹ ਹੈਗਾ ਹੈ। ਯਾਨੀ ਕਿ ਇਸ ਤੋਂ ਬਾਅਦ ਹੁਣ ਜਿੰਨਾ ਵੀ ਕੋਈ ਬੈਨੀਫਿਟ ਅਗਰ ਇੰਪਲੋਈ ਲੈਣਾ ਚਾਹੁੰਦਾ ਹੈਗਾ, ਅਗਰ ਕੋਈ ਇੰਪਲੋਈ ਬੈਨੀਫਿਟ ਲੈਣਾ ਚਾਹੁੰਦਾ ਹੈ ਜਿਸ ਦੇ ਕਿ ਇਹ ਕੰਡੀਸ਼ਨਾਂ ਇੰਪਲੀਮੈਂਟ ਹੋਈਆਂ ਸੀ, ਉਸ ਨੂੰ ਵੀ ਇਸ ਰਿਟ ਦੇ ਨਾਲ ਪਟੀਸ਼ਨਰ ਬਣਨਾ ਪਏਗਾ ਅਗਰ ਉਹ ਇਸ ਜਜਮੈਂਟ ਦਾ ਫੈਸਲਾ ਲੈਣਾ ਚਾਹੁੰਦਾ ਹੈ। ਤੋ ਪਟੀਸ਼ਨਰ ਅਗਰ ਬਣਨਾ ਚਾਹੁੰਦੇ ਹੋ ਦੈਨ ਤੁਸੀਂ ਜਿਨ੍ਹਾਂ ਨੇ ਕੋਰਟ ਦੇ ਵਿੱਚ ਜਦੋਂ ਜਜਮੈਂਟ ਆਉਂਦੀ ਹੈ ਤਾਂ ਦੈਨ ਤੁਸੀਂ ਉਹ ਜਾਣਦੇ ਹੋ ਕਿਵੇਂ ਪਟੀਸ਼ਨਰ ਬਣਿਆ ਜਾਂਦਾ ਹੈਗਾ। ਸੋ ਇਸ ਤਰੀਕੇ ਦੇ ਨਾਲ ਅਸੀਂ ਪਟੀਸ਼ਨਰ ਬਣ ਕੇ ਇਸ ਕੋਰਟ ਦੀ ਜਜਮੈਂਟ ਦਾ ਫੈਸਲੇ ਦਾ ਬੈਨੀਫਿਟ ਲੈ ਸਕਦੇ ਹਾਂ। ਸੋ ਹੁਣ ਇਹ ਦੇਖਣਾ ਹੋਏਗਾ ਕਿ ਕੀ ਇਸ ਦੇ ਖਿਲਾਫ ਜਿਹੜੀ ਹੈ ਸਰਕਾਰ ਵੱਲੋਂ ਜਾਂ ਫਾਈਨਾਂਸ ਡਿਪਾਰਟਮੈਂਟ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਅਗੇਨ SLP ਦਾਇਰ ਕੀਤੀ ਜਾਂਦੀ ਹੈ ਜਾਂ ਨਹੀਂ, ਕਿਉਂਕਿ ਫਿਲਹਾਲ ਤਾਂ ਹਾਈ ਕੋਰਟ ਦੇ ਆਰਡਰਾਂ ਦੇ ਅਨੁਸਾਰ SLP ਅਗਰ ਪੈਂਡਿੰਗ ਵੀ ਹੈ ਦੈਨ ਤੁਸੀਂ ਉਸ ਦਾ ਇੰਪਲੋਈ ਦਾ ਬੈਨੀਫਿਟ ਜਿਹੜਾ ਰੋਕ ਨਹੀਂ ਸਕਦੇ, ਉਸ ਨੂੰ ਇੰਪਲੋਈ ਨੂੰ ਉਸ ਦਾ ਬਣਦਾ ਬੈਨੀਫਿਟ ਸਿਰਫ ਇਸ ਗੱਲ ਕਰਕੇ ਕਿ SLP ਸੁਪਰੀਮ ਕੋਰਟ 'ਚ ਪੈਂਡਿੰਗ ਹੈ ਉਸ ਨੂੰ ਨਹੀਂ ਦਊਂਗੇ, ਇਨਵੈਲਿਡ ਨਹੀਂ ਹੈ। ਸੋ ਦੇਖਣ ਵਾਲੀ ਗੱਲ ਹੈ ਹੁਣ ਅੱਗੇ ਕੀ ਹੁੰਦਾ ਹੈ, ਬਟ ਜੋ ਫੈਸਲਾ ਹੈ ਜਜਮੈਂਟ ਦਾ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ। ਜਿੰਨੇ ਵੀ ਪਟੀਸ਼ਨਰ ਨੇ ਫਿਲਹਾਲ ਉਹਨਾਂ ਨੂੰ ਇਹ ਬੈਨੀਫਿਟ ਦਿੱਤਾ ਗਿਆ ਹੈ। ਇੱਥੇ ਇਹ ਗੱਲ ਕਹੀ ਹੈ, ਇਹ ਤੁਸੀਂ ਦੇਖੋਗੇ ਕਿ ਗਵਰਨਮੈਂਟ ਇੰਪਲੋਈਜ਼ ਔਰ ਇੰਪਲੋਈਜ਼ ਵਰਕਿੰਗ ਇਨ ਏਡਡ ਪੋਸਟ ਹੂ ਹੈਡ ਆਲਸੋ ਬੀਨ ਗਿਵਨ ਅਪਾਇੰਟਮੈਂਟ ਔਰ ਕੰਡੀਸ਼ਨ ਸਿਮਿਲਰ ਟੂ ਦੋਜ਼ ਵਿਚ ਆਰ ਕੁਐਸਡ ਇਨ ਥੀਸ ਰਿਟ ਪਟੀਸ਼ਨ, ਯਾਨੀ ਕਿ ਫਿਲਹਾਲ ਜਿਹੜਾ ਕਿ ਉਹਨਾਂ ਦੇ ਉੱਤੇ ਇੰਪਲੀਮੈਂਟ ਨਹੀਂ ਹੋ ਰਿਹਾ ਹੈਗਾ ਔਰ ਇਹ ਜਿਹੜਾ ਹੈ ਉਹਨਾਂ ਗਵਰਨਮੈਂਟ ਇੰਪਲੋਈਜ਼ ਦੇ ਉੱਤੇ ਇਹ ਫੈਸਲਾ ਰਿਟ ਪਟੀਸ਼ਨਰ ਦੇ ਇਲਾਵਾ ਨਹੀਂ ਫੈਸਲਾ ਹਾਲੇ ਇੰਪਲੀਮੈਂਟ ਹੋ ਰਿਹਾ ਹੈਗਾ। ਬਟ ਇਹ ਜਿਹੜਾ ਫੈਸਲਾ ਦੇਖਣ ਵਾਲਾ ਹੋਏਗਾ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ
ਉਹਨਾਂ ਨੂੰ ਬੈਨੀਫਿਟ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ, ਜਾਂ ਦੁਬਾਰਾ ਤੋਂ ਆਰਡਰ ਆਉਂਦੇ ਜਿਸ ਦੇ ਵਿੱਚ ਕੀ ਸਭ ਨੂੰ ਇੱਕ ਜਰਨਲਾਈਜ਼ ਕਰ ਦਿੱਤਾ ਜਾਂਦਾ ਹੈ ਫੈਸਲੇ ਨੂੰ। ਇਹ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਅਗਲਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਕੀ ਕੀਤਾ ਜਾਂਦਾ ਹੈ। ਸੋ ਫਿਲਹਾਲ ਤਾਂ ਇਸ ਨੋਟੀਫਿਕੇਸ਼ਨ ਦਾ ਜੋ ਜੱਜਮੈਂਟ ਦਾ ਫੈਸਲਾ ਹੈ ਇਹ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਇਹਨਾਂ ਪੁਆਇੰਟਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਇਹਨਾਂ 6 ਪੁਆਇੰਟਾਂ 'ਚ ਜਿਹੜੇ ਕੋਰਟ ਨੇ ਆਪਣਾ ਜਿਹੜਾ ਕਲੀਅਰ ਕੱਟ ਫੈਸਲਾ ਦੇ ਦਿੱਤਾ ਹੈ। ਉਮੀਦ ਕਰਾਂਗਾ ਦੋਸਤੋ ਅੱਜ ਵੀਡੀਓ ਚਾਹੇ ਥੋੜੀ ਲੰਬੀ ਹੋ ਗਈ ਹੈ, ਬਟ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕੋਰਟ ਦਾ ਕੀ ਫੈਸਲਾ ਹੋਇਆ, ਕਿਹਨੂੰ ਬੈਨੀਫਿਟ ਹੋਇਆ, ਕੀ ਬੈਨੀਫਿਟ ਹੋਇਆ ਔਰ ਕਿਵੇਂ ਬਾਕੀ ਜਣੇ ਬੈਨੀਫਿਟ ਇਸ ਦਾ ਲੈ ਸਕਦੇ ਹਨ ਅਗਰ ਲੈਣਾ ਚਾਹੁੰਦੇ ਹਨ। ਮਿਲਦੇ ਆ ਦੋਸਤੋ ਇਸੇ ਤਰੀਕੇ ਦੇ ਨਾਲ, ਬਣੇ ਰਹੋ ਸਾਡੇ ਚੈਨਲ ਦੇ ਉੱਤੇ।